ਘਰਦਿਆਂ ਨੇ ਜ਼ਬਰਦਸਤੀ ਆ ਕੇ ਤੇ ਉਹ ਆਪਣੀ ਸਿਸਟਰ ਨੂੰ ਵਾਪਸ ਲੈ ਗਏ ਨੇ ਘਰ ਨਾਲ, ਬੱਚਿਆਂ ਨੂੰ ਵੀ ਲੈ ਗਏ। ਜਿਹੜਾ ਨਾ ਸਾਡਾ ਉਹ ਬੱਚਿਆਂ ਨੂੰ ਵੇਖਣ ਤੋਂ ਵੀ ਤਰਸ ਗਿਆ ਸੀ ਕਿ ਬੱਚੀਆਂ ਮੇਰੇ ਸਾਹਮਣੇ ਵੀ ਕਰ ਦਿਓ, ਮੈਨੂੰ ਮਿਲਾ ਹੀ ਦਿਓ। ਬੱਚੀਆਂ ਨੂੰ ਸਾਹਮਣੇ ਮਕਾਨ ਸੀ ਤਾਂ ਕਿਤੇ ਬੱਚੀਆਂ ਦੀ ਝਲਕ ਵੇਖਣ ਵਾਸਤੇ ਨਾ ਬਾਈ ਘੰਟਾ ਖੜੇ ਰਹਿੰਦੇ ਸਨ। ਵਾਲਦਾ ਆਏ ਨੇ, ਵਾਲਦਾ ਨੇ ਵੀ ਆ ਕੇ ਜਿਹੜਾ ਨਾ ਉਹਨਾਂ ਵੀ ਜੁੱਤੀ ਲਾ ਕੇ तो भाई ਨੂੰ कुटना शुरू कर। अस्सलाम वालेकुम नाज़रीन, मैं हूं एडी मलिक और इस वक्त सियालकोट के थाना एयरपोर्ट की हदूद में मुंडेर खुर्द में मैं इस वक्त मौजूद हूं, जहां 4 रोज़ पहले एक नौजवान को बेदर्दी से कत्ल कर दिया। उसका जुर्म सिर्फ ये था कि वो अपनी बेटियों से मिलना चाहता था, लेकिन उसके ज़ालिम ससुराल वालों ने उसका ये जुर्म समझकर उसको बेदर्दी से कत्ल कर दिया। तुम्हारी जुर्रत कैसे हुई कि तुमने अपनी बेटियों की तरफ देखा? ये मामला असल में है क्या, और ये जो कातिल जिन्होंने घर में घुसकर इस नौजवान को कत्ल किया, उसके पीछे असल कहानी क्या है? मेरे साथ इस वाक़या के जो मुद्दई मुकदमा है वो मौजूद हैं। इनको भी गोली मारी गई, इनको भी जान से मार देने की कोशिश की गई, लेकिन ये मामला बड़ा हसास किस्म का, और अभी तक ये जो बाअसर मुलजमान हैं पुलिस उनको गिरफ़्तार नहीं कर सकी। इनसे सारा वाक़या जानते हैं। अस्सलाम वालेकुम सर। वालेकुम सलाम जी। की नाम है भाई आपका? अजीज़ुर रहमान। अजीज़ भाई, किस तरह होया सी वाक़या ते तुहाडे भाई नूं क्यों कत्ल किया गया? कोई भी एडा मेन वजह कोई नहीं सी कोई भी वाक़या दी। वो भाई दी शादी हुई को 7-8 साल, तकरीबन 12-14 साल दी ओदी बच्ची है, वड्डी 3 बच्चियां ने ओदियां। शायद मामलात बड़े अच्छे चल रहे सन। भाई ਕੀ ਨਾਮ ਤੁਹਾਡੇ ਬਾਈ ਦਾ? शफीक अहमद। ਅੱਛਾ, ਸ਼ਫੀਕ ਦੀਆਂ 3 ਬੱਚੀਆਂ ਸੀ। 3 ਬੱਚੀਆਂ ਸੀ ਉਹਦੀਆਂ ਤੇ ਸੌਦੀਆਂ ਹੁੰਦੇ ਸਨ ਭਾਈ। ਅਸੀਂ 3 ਭਾਈ ਸੌਦੀਆਂ ਹੁੰਦੇ ਹਾਂ ਤੇ ਫਿਰ ਉਹ ਉੱਥੋਂ ਆਏ। ਅਸੀਂ ਕੋਈ ਕਰੋਨਾ ਦੇ ਦਿਨਾਂ 'ਚ ਉਸ ਤੋਂ ਬਾਅਦ ਨਹੀਂ ਵਾਪਸੀ ਜਾਣ ਹੋਇਆ ਤੇ ਉਹਦੀ ਵਜ੍ਹਾ ਤੋਂ ਉਹਨਾਂ ਦੇ ਬੜੇ ਅੱਛੇ ਮਾਮਲਾ, ਸੌਦੀਆਂ ਦੀ ਵੀ ਅੱਛੀ ਕਮਾਈ ਕਰਦੇ ਹਨ, ਮਕਾਨ ਵਗੈਰਾ ਉਹਦਾ ਅੱਛਾ ਬਣਿਆ, ਹਰ ਚੀਜ਼ ਉਹਦਾ ਬੜੇ ਮਾਮਲਾ ਅੱਛੇ ਚੱਲ ਰਹੇ ਸਨ। ਉਹ ਬਸ ਉਹ ਫੈਮਿਲੀ ਦੇ ਨਾਲ ਵੀ ਮਾਮਲਾ ਅੱਛੇ ਗਏ ਜੀ, ਇਹ ਬਹੁਤ ਅੱਛੇ ਮਾਸ਼ਾਅੱਲਾ ਸਹੀ ਚੱਲ ਰਹੇ ਸਨ। ਉਹ ਫਿਰ ਕਿਤੇ ਫਿਰ ਥੋੜਾ ਬਹੁਤ ਹਲਕਾ ਫੁਲਕਾ ਕੋ ਤਲਕਲਾਮੀ ਇਸ ਵਜ੍ਹਾ ਤੋਂ ਆ ਕੇ ਨਾ ਉਹਦੇ ਘਰਦਿਆਂ ਨੇ ਜ਼ਬਰਦਸਤੀ ਆ ਕੇ ਤੇ ਉਹ ਆਪਣੀ ਸਿਸਟਰ ਨੂੰ ਵਾਪਸ ਲੈ ਗਏ ਨੇ ਘਰ ਨਾਲ, ਬੱਚਿਆਂ ਨੂੰ ਵੀ ਲੈ ਗਏ। ਕੋਈ 4 ਸਾਲ ਤੋਂ ਤਕਰੀਬਨ ਭਾਈ ਜਿਹੜਾ ਨਾ ਸਾਡਾ ਉਹ ਬੱਚਿਆਂ ਨੂੰ ਵੇਖਣ ਤੋਂ ਵੀ ਤਰਸ ਗਿਆ ਸੀ ਕਿ ਬੱਚੀਆਂ ਮੇਰੇ ਸਾਹਮਣੇ ਵੀ ਕਰ ਦਿਓ, ਮੈਨੂੰ ਮਿਲਾ ਹੀ ਦਿਓ। ਮਿਲਾਨ ਦੇ ਵੀ ਨਹੀਂ ਹਾਂ, ਸਾਹਮਣੇ ਵੀ ਜਿਹੜਾ ਨਾ ਉਹ ਨਿਸਨ ਕਰਦੇ। ਯਾਨੀ ਕਿ ਇਸ ਮਾਮਲੇ ਨੂੰ ਖਤਮ ਕਰਨ ਲਈ ਤੁਸੀਂ ਜਾਂ ਤੁਹਾਡੇ ਵੱਡਿਆਂ ਨੇ ਕੋਈ ਨਹੀਂ ਕਦਮ ਉਠਾਇਆ? ਬਹੁਤ ਦਫਾ ਵੱਡੇ ਤਾਇਆ ਬੂ ਚਾਚੂ ਲੋਕ ਗਾਂਵ ਵਗੈਰਾ 'ਚ ਹੋਰ ਵੀ ਕਾਫੀ ਲੋਕਾਂ ਨੂੰ ਜਿਹੜਾ ਨਾ ਉਹਨਾਂ ਦੇ ਘਰ ਵੀ ਉਸ ਤੋਂ ਇਲਾਵਾ ਬਹੁਤ ਸਿਫਾਰਿਸ਼ਾਂ ਕੀਤੀਆਂ ਨੇ, ਲੇਕਿਨ ਉਹ ਇਸ ਚੀਜ਼ ਨੂੰ ਜਿਹੜਾ ਨਾ ਨਹੀਂ ਸਨ ਸਮਝਦੇ। ਉਹਨਾਂ ਨੇ ਕਿਹਾ ਨਹੀਂ, ਅਸੀਂ ਬੱਚੀ ਨਹੀਂ ਹਲੇ ਭੇਜਣੀ। ਤੁਹਾਡੇ ਭਾਈ ਦੇ ਜਿਹੜੇ ਸਸੁਰਾਲ ਵਾਲੇ ਸੀ, ਇਹ ਕਿੱਥੋਂ ਦੇ ਰਹਿਣ ਵਾਲੇ ਸੀ ਤੇ ਕੌਣ ਹੈਗੇ ਨੇ? ਇਹ ਸਾਡੇ ਨਾਲ ਹੀ ਸਾਡੇ ਘਰ ਹੈ, ਠੀਕ ਹੈ। ਘੁੰਮਣ ਜਿਹਨੇ ਸਾਹੀ ਹਾਲੀ ਉਹਨਾਂ ਦੀ ਘੁੰਮਣ ਹੀ ਆਪਣੇ ਨਾਲ ਹੀ ਉਹਨਾਂ ਦਾ ਹਮਸਾਏ ਨੇ, ਠੀਕ ਹੈ। ਤੇ ਇਹ ਮੰਡੇਰ ਤੁਹਾਡੇ ਇਸੇ ਮਹੱਲੇ ਦੇ? ਹਾਂ, ਮਹੱਲੇ ਦੇ ਨੇ, ਮੰਡੇਰ ਖੁਰਦ ਦੇ ਰਹਿਣ ਵਾਲੇ ਨੇ। 100 ਵਾਲਾ ਅੱਡਾ ਮੰਡੇਰ ਖੁਰਦ 에ਅਰਪੋਰਟ ਦੇ ਨਜ਼ਦੀਕ, ਮੋਟਰਵੇ ਦੇ ਨਜ਼ਦੀਕ ਬਿਲਕੁਲ, ਠੀਕ ਹੈ। ਤੇ ਇੱਥੋਂ ਦੇ ਗਾँव ਦੇ ਰਹਿਣ ਵਾਲੇ ਨੇ। ਉਸ ਦਿਨ ਜਿਸ ਦਿਨ ਇਹ ਲੜਾਈ ਝਗੜਾ ਹੋਇਆ ਔਰ ਫਿਰ ਘਰ ਆ ਕੇ ਮਾਰਿਆ ਗਿਆ, ਗੋਲੀਆਂ ਚਲਾਈਆਂ ਗਈਆਂ, ਉਸ ਦਿਨ ਕੀ ਹੋਈ ਸੀ? ਲੜਾਈ ਕੀ ਵਜ੍ਹਾ ਬਣੀ ਸੀ? ਯਕੀਨ ਕਰੋ ਕੋ ਦੱਸਣ ਵਾਲਾ ਜਿਹੜਾ ਨਾ ਉਹ ਇਸ ਜਿਹੜਾ ਹੌਸਲਾ ਵੀ ਨਹੀਂ ਕਿ ਬੰਦਾ ਦੱਸ ਸਕੇ। ਕੋਈ ਭਾਈ ਹੈ ਵੱਡਾ ਜ਼ਾਹਿਰ ਭਰਾ ਦੇ ਬਾਰੇ 'ਚ ਉਸ ਦਿਨ ਜਿਹੜਾ ਨਾ ਇਸ ਤਰ੍ਹਾਂ ਦਾ ਵਕੂਆ ਹੋਇਆ ਕਿ ਸਮਝ 'ਚ ਬਾਹਰ ਹੈ। ਉਹ ਭਾਈ ਜਿਹੜਾ ਨਾ ਇਸ ਤੋਂ ਮੈਨੂੰ ਮਿਲ ਕੇ ਨਾ ਤੇ ਨਿਕਲੇ ਨੇ, ਉਹ ਤੇ ਗਲੀ ਦੇ ਬਾਹਰ ਹੀ ਹਲੇ ਸਾਹਮਣੇ ਹੀ ਖੜੇ ਨੇ, ਠੀਕ ਹੈ। ਤੇ ਮੈਂ ਦਰਵਾਜ਼ੇ ਦੇ ਅੰਦਰ ਐਂਟਰ ਹੋ ਗਿਆ ਤੇ ਉਹ ਕਿਤੇ ਚੱਲੇ ਸਨ ਬਾਈਕ ਤੇ ਨਾ, ਤੇ ਉਹ ਅੱਗੇ ਉਹਦਾ ਜਿਹੜਾ ਨਾ ਵੱਡਾ ਭਾਈ, ਉਹਦਾ ਇਹਦੀ ਬੇਗਮ ਦਾ ਸਾਲਾ ਹੀ ਨਹੀਂ, ਇਹਦਾ ਵੱਡਾ, ਉਹ ਸਾਹਮਣੇ ਪਹਿਲਾਂ ਹੀ ਕਿਤੇ ਜਿਹੜਾ ਨਾ 2-3 ਦਿਨ ਤੋਂ ਖੜਾ ਹੁੰਦਾ ਸੀ। ਕੀ ਨਾਮ ਸੀ ਉਹਦਾ? ਰਾਸ਼ਦ ਸਾਹਿਬ। ਅੱਛਾ, ਰਾਸ਼ਦ ਉੱਥੇ ਬਾਹਰ ਖੜਾ ਹੁੰਦਾ ਸੀ। ਰਾਸ਼ਦ ਜਿਹੜਾ ਨਾ ਮੌਕੇ ਦੀ ਤਲਾਸ਼ ਦੇ ਵਿੱਚ ਹੀ ਕਿ ਕਿਤੇ ਉਹ ਅਕਸਰ ਜਨਾ ਭਾਈ ਇੱਥੇ ਬੱਚੀਆਂ ਨੂੰ ਸਾਹਮਣੇ ਮਕਾਨ ਸੀ ਤਾਂ ਕਿਤੇ ਬੱਚੀਆਂ ਦੀ ਝਲਕ ਵੇਖਣ ਵਾਸਤੇ ਨਾ ਭਾਈ ਘੰਟਾ ਖੜੇ ਰਹਿੰਦੇ ਸਨ। ਯਾਨੀ ਕਿ ਆਪਣੀ ਬੇਟੀਆਂ ਨੂੰ ਮਿਲਣ ਵਾਸਤੇ ਉਹ ਤੜਪ ਗਏ ਸੀ, ਤਰਸੇ ਹੋਏ ਸੀ। ਮਿਲਾਉਂਦੇ ਤੇ ਹੈ ਹੀ ਕੋਈ ਨਹੀਂ ਸਨ। ਹੁਣ ਪਹਿਲਾਂ ਸ਼ੁਰੂ ਦੇ ਦਿਨਾਂ 'ਚ ਥੋੜਾ ਬਹੁਤ ਉਹਨਾਂ ਮਿਲਾਇਆ, ਲੇਕਿਨ ਹੁਣ ਤੇ ਬਿਲਕੁਲ ਮਿਲਾਉਂਦੇ ਵੀ ਨਹੀਂ ਸਨ। ਤੇ ਉਹ ਭਾਈ ਉਹਨਾਂ ਨੂੰ ਬੱਚੀਆਂ ਨੂੰ ਦੇਖਣ ਵਾਸਤੇ ਕਈ ਦਫਾ ਉਹ ਸਕੂਲ ਜਾਣਾ ਤਾਂ ਗਾੜੀ 'ਚ ਬੈਠਣ ਵਾਸਤੇ ਜਿਹੜਾ ਨਾ ਉਹ ਝਲਕ ਇੱਕ ਵੀ ਦੇਖਣ ਵਾਸਤੇ ਘੰਟਾ ਖੜੇ ਰਹਿੰਦੇ ਸਨ। ਬਹੁਤ ਪਰੇਸ਼ਾਨ ਸਨ। ਵਾਲਦਾ ਵੀ, ਅਸੀਂ ਭਾਈ ਵੀ, ਪੂਰੀ ਫੈਮਿਲੀ ਉਹਦੇ ਭਾਈ ਨੂੰ ਦੇਖ ਕੇ ਬਹੁਤ ਪਰੇਸ਼ਾਨ ਹੁੰਦੇ ਹਾਂ ਕਿ ਭਾਈ। ਤੁਸੀਂ ਕਿਹਾ ਕਿ ਘਰ ਸਸੁਰਾਲ ਵਾਲਿਆਂ ਦਾ ਕਰੀਬ ਹੈਗਾ ਸੀ ਤੇ ਉਹਨਾਂ ਦੀ ਬੀਵੀ ਆਪ ਨਹੀਂ ਸੀ ਵਾਪਸ ਆ ਸਕਦੀ ਸੀ, ਕਿ ਕੀ ਵਜ੍ਹਾ ਸੀ ਕਿ ਉਹਨੂੰ ਰੋਕ ਕੇ ਰੱਖਿਆ ਹੋਇਆ ਸੀ? ਉਹਨੂੰ ਉਹਦੀ ਫੈਮਿਲੀ ਨੇ ਲੈ ਕੇ ਗਏ ਨੇ ਤੇ ਉਹ ਫੈਮਿਲੀ ਵਾਲੇ ਜਿਹੜੇ ਨਾ ਰਾਜ਼ੀ ਨਹੀਂ ਸਨ, ਉਹਨੂੰ ਨਹੀਂ ਸਨ ਆਉਣ ਦਿੰਦੇ। ਬੱਚੀਆਂ ਯਾਨੀ ਬੱਚੀਆਂ ਸਾਹਮਣੇ ਹੁੰਦੀਆਂ ਨੇ, ਅਗਰ ਭਾਈ ਦੀ ਨਜ਼ਰ 'ਚ ਆ ਜਾਂਦੀਆਂ ਸਾਹਮਣੇ, ਉਸੇ ਟਾਈਮ ਬੱਚੀਆਂ ਨੂੰ ਲੈ ਕੇ ਸਾਈਡ ਤੇ ਹੋ ਜਾਂਦੇ ਸਨ। ਅੱਛਾ, ਕੋਸ਼ਿਸ਼ ਨਹੀਂ ਕਦੀ ਵੀ ਕੀਤੀ ਨਾ ਉਹਨਾਂ ਬੱਚੀਆਂ ਨੇ, ਨਾ ਬੱਚੀਆਂ ਦੀ ਮਾਂ ਨੇ, ਕਿ ਅਸੀਂ ਆਪਣੇ ਘਰ ਚਲੇ ਜਾਈਏ? ਉਹਨਾਂ ਸ਼ਾਇਦ ਕੋਸ਼ਿਸ਼ ਕੀਤੀ ਹੋਏ, ਲੇਕਿਨ ਉਹ ਘਰ ਦੇ ਫੈਮਿਲੀ ਨੇ ਜਿਹੜਾ ਨਾ ਉਹਨਾਂ ਨੂੰ ਨਹੀਂ ਜਿਹੜਾ ਨਾ ਉਹ ਅੱਗੇ ਆਉਣ ਦਿੱਤਾ, ਨਹੀਂ ਉਹਨਾਂ ਨੂੰ ਕਦਮ ਚੁੱਕਣ ਦਿੱਤਾ ਕੋਈ ਵੀ। ਜਿਸ ਦਿਨ ਇਹ ਲੜਾਈ ਹੋਈ ਉਸ ਦਿਨ ਕਿਹੜੀ ਵਜ੍ਹਾ ਸੀ ਕਿ ਜਿਸ ਦਿਨ ਤੁਹਾਡੇ ਭਰਾ ਨੂੰ ਇਹਨਾਂ ਨੇ ਉਹਦੇ ਤੇ ਅਟੈਕ ਕਰ ਦਿੱਤਾ, ਤੁਹਾਨੂੰ ਵੀ ਫਾਇਰ ਮਾਰਿਆ? ਉਹ ਵਜ੍ਹਾ ਕੋਈ ਵੀ ਨਹੀਂ ਅਸੀਂ ਐਡੀ। ਭਾਈ ਸਾਹਮਣੇ ਖਲੋ ਕੇ ਨਾ ਤੁਸੀਂ ਸਿਰਫ ਇਹ ਹੀ ਚਾਹੁੰਦੇ ਹਨ ਕਿ ਬੱਚੀਆਂ ਦੀ ਕਿਤੇ ਨਜ਼ਰ ਪੈ ਜਾਏ, ਬੱਚੀਆਂ ਮੇਰਾ
ਦਿਲ ਠੰਡਾ ਹੋ ਜਾਏ, ਥੋੜਾ ਕਲੇਜਾ ਠੰਡਾ ਹੋ ਜਾਏ। ਬੱਚਿਆਂ ਨੂੰ ਵੇਖਣ ਵਾਸਤੇ ਜਿਹਨਾਂ ਨੂੰ ਮਕਾਨ ਨਾਲ ਵੇਂਦੇ, ਬੱਚੀ ਵੀ ਇੱਕ ਅੱਧੀ ਸ਼ਾਇਦ ਸਾਹਮਣੇ ਸੀ, ਠੀਕ ਹੈ, ਤੇ ਉਹ ਬੱਚੀ ਨੂੰ ਵੇਂਦੇ ਹਨ ਪਏ, ਤੇ ਉਹ ਨੂੰ ਉਹ ਰਾਸ਼ਦ ਮੌਕੇ ਦੀ ਤਲਾਸ਼ 'ਚ ਹੀ ਅੱਗੇ ਹੀ। ਉਹ ਥੋੜੇ ਦਿਨ ਪਹਿਲੇ ਉਹਨੇ ਮਸਜਿਦ ਦੇ ਸਾਰੇ ਗਾਉਂ ਦੇ ਸਾਹਮਣੇ ਮਾਜ਼ਤ ਵੀ ਕੀਤੀ ਹੈ ਬਾਈ ਨੇ। ਕਿੰਨੇ ਤੁਹਾਡੇ ਬਾਈ ਨੇ? ਭਾਈ ਨੇ ਉਹਨੇ ਸਾਰੇ ਗਾਉਂ ਦੇ ਸਾਹਮਣੇ ਮਾਜ਼ਤ ਕੀਤੀ ਹੈ ਕਿ ਮੈਂ ਸਾਰੇ ਗਾਉਂ ਦੇ ਸਾਹਮਣੇ ਮਾਜ਼ਤ ਕਰਨਾ, ਮੇਰੇ ਕੋਲ ਕੋਈ ਗਲਤੀ ਹੋਈ ਹੈ ਤੇ 3-4 ਸਾਲ ਤੋਂ ਮੈਂ ਮਾਸ਼ਾਅੱਲਾ ਮਕਾਨ 3 ਮੰਜ਼ਲ ਬਣਿਆ ਦਾ, ਮੈਂ ਇਕੱਲਾ ਉੱਥੇ ਰਹਿਣਾ ਪਿਆ, ਤੇ ਤੁਸੀਂ ਜਰਾ ਨਾ ਮੇਰੇ ਕਿਸੇ ਕਿਸਮ ਦੀ ਮੇਰੇ ਕੋਲ ਗਲਤੀ ਹੋਈ ਹੈ, ਮੈਂ ਮਾਜ਼ਤ ਕਰਨਾ ਤੇ ਮੇਰੀ ਫੈਮਿਲੀ ਭੇਜ ਦਿਓ ਘਰ। ਤੇ ਉਹਨਾਂ ਇਸ ਚੀਜ਼ ਦਾ ਉਲਟਾ ਗੁੱਸਾ ਕੀਤਾ ਕਿ ਤੂੰ ਤੁਹਾਡੇ ਭਾਈ ਦੇ ਸਾਲਿਆਂ ਨੇ ਗੁੱਸਾ ਕੀਤਾ ਹੈ? ਗੁੱਸਾ ਕੀਤਾ, ਇਹ ਗੁੱਸਾ ਹੀ ਸਾਰੇ ਫਿਰ ਥੋੜੇ ਦਿਨਾਂ ਬਾਅਦ ਉਹਨਾਂ ਇਹ ਰਿਜ਼ਲਟ ਦਿੱਤਾ। ਨਹੀਂ, ਉਹਨੇ ਤੇ ਮਾਫੀ ਮੰਗੀ ਸੀ ਨਾ ਕਿ ਅਗਰ ਮੇਰੇ ਕੋਲੋਂ ਜਾਣੇ ਅਣਜਾਣੇ ਚ ਕੋਈ ਗਲਤੀ ਗੁਸਤਾਖੀ ਹੋ ਗਈ ਹੈ ਤੇ ਮੈਂ ਉਹਦੀ ਵੀ ਮਾਫੀ ਮੰਗਣਾ। ਮਾਜ਼ਤ ਕਰਨਾ ਵਾ, ਠੀਕ ਹੈ, ਤੇ ਉਹ ਨਾ ਉਹ ਇਸ ਚੀਜ਼ ਦਾ ਜਿਹੜਾ ਨਾ ਉਹਦਾ ਸਾਲਾ ਵੀ ਇੱਕ ਮੌਜੂਦ ਸੀ ਫਜਰ ਟਾਈਮ 12 ਰਬੀਉਲ ਅਵਲ ਵਾਲੇ ਦਿਨ। ਉਹਨੇ ਕਿਹਾ ਅੱਜ ਮੁਬਾਰਕ ਦਿਨ ਹੈ, ਤੇ ਜਿਹੜਾ ਨਾ ਇਹ ਵੇ ਕਿ ਮੇਰੇ ਨਾਲ ਵੀ ਜਿਹੜਾ ਸਾਰਾ ਗਾਉਂ ਦੇ ਸਾਹਮਣੇ ਮੈਂ ਮਾਜ਼ਤ ਕਰਨਾ, ਅਗਰ ਸਸੁਰਾਲ ਨਾਲ ਮੇਰੀ ਤਰਫੋਂ ਕੋਈ ਗਲਤੀ ਹੋਈ ਹੈ ਤੇ ਲਿਹਾਜ਼ਾ ਮੇਰੇ ਬੱਚੇ ਭੇਜੋ। ਤੇ ਉਹਨਾਂ ਇੰਨੀ ਸਿਰਫ ਗੱਲ ਕਰਕੇ ਬਸ, ਇਸ ਤੋਂ ਇਲਾਵਾ ਉਹਨੇ ਕੋਈ ਗੱਲ ਨਹੀਂ ਕੀਤੀ। ਆਪਣੇ ਚਾਚੂ ਲੋਕ ਵੀ, ਤਾਇਆ ਲੋਕ ਵੀ, ਗਾਉਂ ਦੇ ਵੀ ਕਾਫੀ ਲੋਕ, ਸਾਰਿਆਂ ਦੀ ਮੌਜੂਦਗੀ 'ਚ। ਫਿਰ ਉਸ ਤੋਂ ਬਾਅਦ ਉਹਨਾਂ ਕੋਈ ਇਹ ਜਿਹੜਾ ਨਾ ਰਿਪਲਾਈ ਨਹੀਂ ਕੀਤਾ, ਤੇ ਉਹ ਉਸ ਤੋਂ ਬਾਅਦ ਬਲਕਿ ਉਹਨਾਂ ਪ੍ਰੋਗਰਾਮ ਹੀ ਹੋਰ ਬਣਾ ਲਿਆ ਸੀ। ਤੇ ਇਹ ਭਾਈ ਹੁਣ ਖੜੇ ਸੀ ਇੱਥੋਂ ਮੇਰੇ ਕੋਲ ਨਿਕਲੇ ਨੇ, ਅੱਗੇ ਚੱਲੇ ਹਨ ਕਿਤੇ, ਤੋਂ ਬੱਚੀਆਂ ਵਾਸਤੇ ਉਹਨਾਂ ਥੋੜਾ ਬ੍ਰੇਕ ਲਾਈ ਹੈ, ਸਾਹਮਣੇ ਜਿਹੜਾ ਨਾ ਬੱਚੀ ਕੋ ਨਜ਼ਰ ਆਏ, ਤੇ ਸ਼ਾਇਦ ਬੱਚੀ ਕੋ ਹੋਏਗੀ ਸਾਹਮਣੇ, ਉਹ ਨਹੀਂ ਜਿਹੜਾ ਨਾ ਕਨਫਰਮ। ਤੇ ਉਹ ਸਾਲਾ ਉਹਦਾ ਜਿਹੜਾ ਨਾ ਉਹਨੇ ਇਸ ਚੀਜ਼ ਦਾ ਗੁੱਸਾ ਕੀਤਾ, ਉਹ ਆ ਕੇ ਉਹਦੇ ਨਾਲ ਹੱਥਾਪਾਈ ਹੋ ਗਿਆ, ਗਾਲੀ ਗਲੋਚ, ਤੇ ਉਹ ਗਾਲੀ ਗਲੋਚ ਕੀਤੀ, ਤੇ ਉਸ ਤੋਂ ਬਾਅਦ ਉਹ ਉਹਦੇ ਨਾਲ ਹੱਥਾਪਾਈ ਹੋ ਗਿਆ ਗਲੀ ਦੇ ਵਿੱਚ ਹੀ? ਗਲੀ ਦੇ ਵਿੱਚ ਹੀ, ਗਲੀ ਦੇ ਸਾਹਮਣੇ ਮੇਨ ਰੋਡ ਹੈ ਸਾਡਾ ਗਾਉਂ ਨੂੰ ਜਿਹੜਾ ਐਂਟਰ ਹੁੰਦਾ ਨਾ, ਉੱਥੇ ਗਲੀ ਦੇ ਸਾਹਮਣੇ ਜਿਹੜਾ ਨਾ, ਉੱਥੇ ਗਲੀ ਦੇ ਵਿੱਚ ਹੀ ਉਹਨਾਂ ਜਿਹਨਾਂ ਨਾਲ ਹੱਥਾਪਾਈ ਹੋ ਗਏ ਨੇ। ਉਹ ਜਦੋਂ ਹੱਥਾਪਾਈ ਹੋ ਗਏ ਨੇ, ਦੂਸਰਾ ਭਾਈ ਵੀ ਪਿੱਛੋਂ ਉਹਨਾਂ ਦਾ ਆ ਗਿਆ, ਛੋਟਾ ਦਰਮਿਆਨ ਵਾਲਾ ਉਹਦਾ ਸਾਲਾ ਖੁਰਮ ਸਾਹੀ ਏਜੰਸੀ ਕੋਕ ਜਿਹੜੀ ਹੈ ਨਾ, ਉਹਨਾਂ ਦੇ ਵਿੱਚ ਉੱਥੇ ਉਹ ਦੋਵੇਂ ਭਾਈ ਜਿਹੜਾ ਨਾ, ਤਿੰਨੇ ਭਾਈ ਹੁੰਦੇ ਨੇ। ਕੋਕ ਦੀ ਏਜੰਸੀ ਹੈਗੇ ਨੇ ਇਹਨਾਂ ਦੀ? ਏਜੰਸੀ ਜਿਹੜੀ ਕੋਕ ਦੀ ਏਜੰਸੀ ਹੈ, ਯਾਨੀ ਉਹ ਪੈਸੇ ਦੀ ਖੁਮਾਰੀ ਉਹਦੀ ਵਜ੍ਹਾ ਤੋਂ ਜਿਹੜਾ ਨਾ, ਤੋਂ ਭਾਈ ਨੂੰ ਦੋਵੇਂ ਰਲ ਕੇ ਪੇ ਬੁਰਾ ਤਸ਼ੱਦਦ ਨਾਲ ਮਾਰਦੇ ਨੇ ਪਏ। ਉਹ ਮੈਨੂੰ ਉਹਦੀ ਆਵਾਜ਼ ਆਈ ਹੈ ਕਿ ਭਰਾਵਾ ਰਲੀ, ਕਿ ਜਿਹੜਾ ਨਾ ਮੈਨੂੰ ਮਾਰਚਣ ਲੱਗੇ ਨਹੀਂ, ਭਰਾਵਾ ਰਲੀ। ਮੈਂ ਫਿਰ ਜਿਹੜਾ ਨਾ ਆਵਾਜ਼ ਭਾਈ ਦੀ ਜਦੋਂ ਆਈ, ਤੇ ਫਿਰ ਤੁਹਾਨੂੰ ਪਤਾ ਕਲੇਜਾ ਤੇ ਫਿਰ ਖੂਨ ਤੇ ਖੋਲ ਜਾਂਦਾ। ਮੈਂ ਫਿਰ ਉੱਤਰ ਕੇ ਤੇ ਦੌੜਿਆ ਵਾਂ, ਮੈਂ ਜਾ ਕੇ ਤੇ ਮੈਂ ਕਿ ਅਕਸਰ ਜਿਹੜਾ ਨਾ ਉਹਦੇ ਨਾਲ ਗਾਲੀ ਗਲੋਚ ਤੇ ਇਸ ਤਰ੍ਹਾਂ ਹੱਥਾਪਾਈ ਥੋੜਾ ਬਹੁਤ ਹੁੰਦੇ ਹਨ, ਫਿਰ ਛੁਡਾਈ ਦਾ ਹੀ ਤੇ ਟੁੱਟ ਜਾਂਦੇ ਹਨ, ਠੀਕ ਹੈ। ਪਹਿਲੇ ਵੀ ਇਸ ਤਰ੍ਹਾਂ ਦੇ ਮਾਮਲਾ ਤਾਂ ਹੁੰਦਾ ਰਿਹਾ ਕਾਫੀ ਦਫਾ ਹੁੰਦਾ ਰਿਹਾ, ਲੇਕਿਨ ਨੌਬਤ ਇੱਥੋਂ ਤੱਕ ਨਹੀਂ ਸੀ ਆਈ। ਨੌਬਤ ਨਹੀਂ ਸੀ ਆਈ। ਤੇ ਪਹਿਲਾਂ ਉਹਨਾਂ ਮੈਨੂੰ ਵੀ ਛੁਡਾਉਂਦਿਆ, ਕਦੇ ਪਹਿਲਾਂ ਮੇਰੇ ਨਾਲ ਹੱਥਾਪਾਈ ਨਹੀਂ ਸਨ ਕੀਤੀ, ਠੀਕ ਹੈ। ਇਹ ਫਸਟ ਟਾਈਮ ਉਹਨਾਂ ਦਾ ਇਸ ਦਫਾ ਪ੍ਰੋਗਰਾਮ ਹੀ ਜਿਹੜਾ ਨਾ ਹੋਰ ਸੀ, ਤੇ ਉਹਨਾਂ ਜਿਹਨੂੰ ਹੱਥਾਪਾਈ ਮਾਰਦੇ ਨੇ ਪਏ, ਉਹਨੂੰ ਹੱਥਾਪਾਈ ਕਰਦੇ ਨੇ ਪਏ, ਉਹਦੇ ਨਾਲ ਅਖੀਰ ਕਰਦੇ ਨੇ ਪਏ। ਮੈਂ ਫਿਰ ਦੌੜਿਆ, ਮੈਂ ਜਾ ਕੇ ਤੇ ਉਹਨਾਂ ਨੂੰ ਮੈਨੂੰ ਘੁਮਾਰਨ ਲੱਗੇ ਨੇ, ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡਾ ਭਾਈ ਦੇ ਨਾਲ ਮਾਮਲਾ ਤੇ ਮੈਂ ਸਿਰਫ ਆਪਣਾ ਭਰਾ ਕਰਕੇ ਤੇ ਮੈਂ ਇਹਨੂੰ ਛਡਾਣ ਡਿਆ, ਠੀਕ ਹੈ। ਤੇ ਬਾਕੀ ਕਿੰਨੇ ਬੰਦੇ ਹੈਗੇ ਸੀ ਜਿਹੜੇ ਮਾਰਦੇ ਪਏ ਸੀ ਤੁਹਾਡੇ ਭਾਈ? ਦੋਵੇਂ ਭਾਈ ਜਿਹੜਾ ਨਾ ਮਾਰਦੇ ਸੀ ਪਏ, ਪਿੱਛੋਂ ਰਾਸ਼ਦ ਤੇ ਦੂਸਰਾ ਖੁਰਮ, ਠੀਕ ਹੈ। ਤੇ ਉਹ ਪਿੱਛੋਂ ਉਹਨਾਂ ਦੀ ਵਾਲਦਾ ਆਏ ਨੇ, ਵਾਲਦਾ ਨੇ ਵੀ ਆ ਕੇ ਜਿਹੜਾ ਨਾ ਉਹਨਾਂ ਵੀ ਜੁੱਤੀ ਲਾ ਕੇ ਤੋਂ ਭਾਈ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਭਾਈ ਦੀ ਜਿਹੜੀ ਸੱਸ ਹੈਗੀ ਉਹ ਵੀ ਆ ਕੇ ਮਾਰਨਾ ਸ਼ੁਰੂ, ਉਹਨਾਂ ਵੀ ਆ ਕੇ ਤੇ ਜੁੱਤੀਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਸਾਰਾ ਗਾਉਂ ਮੌਜੂਦ ਸੀ। ਕੀ ਗੁਨਾਹ ਕਰ ਦਿੱਤਾ ਸੀ ਤੁਹਾਡੇ ਭਰਾ ਨੇ? ਬਸ ਉਹ ਸ਼ਾਦੀ ਉੱਥੇ ਕੀਤੀ ਤੇ ਬੱਚਿਆਂ ਨੂੰ ਮੰਗ ਲਿਆ, ਤੋ ਇਹ ਹੀ ਕਿਹਾ ਕਿ ਮੇਰੀ ਫੈਮਿਲੀ ਘਰ ਭੇਜ ਦਿਓ, ਬਸ ਇਹ ਹੀ ਗੁਨਾਹ ਕੀਤਾ। ਹਜੇ ਤੁਹਾਨੂੰ ਪਤਾ ਨਹੀਂ ਸੀ ਹੈ ਕਿ ਲੋਕ ਇਹ ਕਿਵੇਂ ਦੇ ਹੈਗੇ ਨੇ, ਕਿ ਤੁਹਾਡੇ ਰਿਸ਼ਤੇਦਾਰ ਹੈਗੇ ਸੀ? ਨਹੀਂ, ਰਿਸ਼ਤੇਦਾਰ ਨਹੀਂ ਸਾਜੇ, ਤੇ ਬਸ ਪਤਾ ਹੀ ਸਾਨੂੰ, ਲੇਕਿਨ ਇਹ ਵੀ ਕਿ ਫਿਰ ਉਹ ਆਖਿਆ ਚਲੋ ਸਮਝ ਲਓ ਕਿ ਇਸ ਤਰ੍ਹਾਂ ਹੀ ਅਗਲੇ ਤਰਫੋਂ ਹੀ ਕਿਹਾ ਗਿਆ ਹੈ ਕਿ ਉਹ ਜਿਹਨਾਂ ਨੇ ਰਿਸ਼ਤੇ ਦੀ ਡਿਮਾਂਡ ਦੇਣਾ, ਤਾਂ ਫਿਰ ਅਸੀਂ ਰਿਸ਼ਤਾ ਕਰ ਲਿਆ। ਫਿਰ ਉਹ ਬੱਚੇ ਦਾ ਵੇਖ ਕੇ ਉਹਨਾਂ ਕਿ ਨਾ ਨਹੀਂ ਕਰਦੇ, ਜ਼ਾਹਿਰ ਸਾਡੀਆਂ ਵੀ ਸਿਸਟਰਾਂ ਨੇ ਇਸ ਤਰ੍ਹਾਂ ਰਿਸ਼ਤੇ ਦੀ ਆਫਰ ਆਈ, ਤੇ ਹਾਂ ਫਿਰ ਆਖਿਆ ਅਸੀਂ ਦੋਨੇ ਭਾਈ ਬਾਹਰ ਹਾਂ, ਤੇ ਜਿਹੜਾ ਨਾ ਇਹ ਭਾਈ ਜਿਹੜੇ ਸ਼ਫੀਕ ਭਾਈ ਇੱਥੇ ਆਏ ਹਨ ਪਾਕਿਸਤਾਨ, ਤੇ ਫਿਰ ਉਹਨਾਂ ਦੀ ਜਿਹੜਾ ਨਾ ਆਪਸ 'ਚ ਵਾਲਦ ਸਾਹਿਬ ਨਾਲ ਮਸ਼ਵਰਾ ਕੀਤਾ, ਤਾਂ ਉਹਨਾਂ ਕਿਹਾ ਚਲੋ ਫਿਰ ਰਿਸ਼ਤਾ ਆਇਆ ਤੇ ਚਲੋ ਭੇਜ ਜਿਹੜਾ ਹਾਂ ਕਰ ਦਿੰਦੇ। ਅੱਛੇ ਮਾਹੌਲ ਦੇ ਵਿੱਚ ਰਿਸ਼ਤਾ ਤੈਅ ਹੋਇਆ ਤੇ ਸ਼ਾਦੀ ਹੋ ਗਈ। ਇਹ ਜਿਹੜੇ ਲੜਾਈ ਝਗੜੇ ਦੇ ਮਾਮਲਾਤ ਸੀ, ਸ਼ਾਦੀ ਦੇ ਕਿੰਨੇ ਅਰਸੇ ਤੋਂ ਬਾਅਦ ਸ਼ੁਰੂ ਹੋਏ ਸੀ? ਇਹ ਤਕਰੀਬਨ ਸ਼ਾਦੀ ਤੋਂ 5-6-7 ਸਾਲ ਤੱਕ ਤਕਰੀਬਨ ਨਾਰਮਲ ਰਿਹਾ ਸਿਸਟਮ। ਉਸ ਤੋਂ ਬਾਅਦ ਥੋੜਾ ਜਿਹਾ ਨਾ ਤਕਰੀਬਨ 5-6-7 ਸਾਲ ਤੋਂ ਤਕਰੀਬਨ ਇਹ ਚੱਲਦਾ ਹੈ। ਕੋਈ ਡਿਮਾਂਡ ਕਰਦੇ ਸੀ ਤੁਹਾਡਾ ਭਰਾ ਉਹਨਾਂ ਦੇ ਕੋਲੋਂ, ਆਪਣੇ ਸਸੁਰਾਲ ਵਾਲਿਆਂ ਕੋਲੋਂ, ਜਾਂ ਕੋਈ ਵਜ੍ਹਾ ਸੀ? ਕੋਈ ਕਿਸੇ ਕਿਸਮ ਦੀ ਡਿਮਾਂਡ ਨਹੀਂ ਸੀ ਕਰਦੇ, ਸਿਰਫ ਉਹ ਆਉਂਦੇ ਹਨ ਬਸ ਖੁਸ਼ਗਵਾਰ ਹੋ। ਉਹ ਮੀਆਂ ਬੀਵੀ, ਤੁਹਾਨੂੰ ਪਤਾ ਬੀਵੀ ਦੀ ਥੋੜੀ ਆਵਾਜ਼ ਉੱਚੀ ਆ, ਉਹ ਇਸ ਵਜ੍ਹਾ ਤੋਂ ਥੋੜਾ ਖਾਵਨ ਦੇ ਨਾਲ ਕੋਈ ਗੱਲ ਅੱਛੀ ਨਹੀਂ ਲੱਗੀ, ਤੇ ਇਸ ਵਜ੍ਹਾ ਤੋਂ ਥੋੜਾ ਉਹ ਯਾਨੀ ਨਾਰਮਲ ਮਾਮਲਾਤ ਹਨ, ਐਡਾ ਕੋਈ ਮੇਨ ਇਸ਼ੂ ਨਹੀਂ ਸੀ, ਠੀਕ ਹੈ। ਤੇ ਉਸ ਵਜ੍ਹਾ ਤੋਂ ਬਸ ਉਹ ਖੁਮਾਰੀ ਉਹਨਾਂ ਨੂੰ ਕਿ ਅਸੀਂ ਇਸ ਤਰ੍ਹਾਂ ਤੇ ਅਸੀਂ ਕਾਰੋਬਾਰ ਤੇ ਵੱਡੇ ਤੇ ਇਹ ਤੇ ਉਹ ਜਿਹੜਾ ਨਾ ਉਸ ਤੋਂ ਇਲਾਵਾ ਸਾਡੇ ਵੀ ਜਦੋਂ ਜ਼ਮੀਨ ਵਿਕਦੀ ਰਹੀ ਹੈ, ਉਸ ਤੋਂ ਇਲਾਵਾ ਜਿਸ ਤਰ੍ਹਾਂ ਵੀ ਜੋ ਹਿੱਸਾ ਭਾਈ ਦਾ ਹੁੰਦਾ ਰਿਹਾ ਨਾ, ਇਹ ਫੈਮਿਲੀ ਵਾਲਾ ਉੱਥੇ ਟੁਰ ਗਈ, ਬੱਚੇ ਉੱਥੇ ਰਹਿੰਦੇ ਹਨ, ਲੇਕਿਨ ਫਿਰ ਵੀ ਵਾਲਦ ਸਾਹਿਬ ਉਹ ਜਿੰਨਾ ਉਹਦਾ ਹਿੱਸਾ ਹੁੰਦਾ ਸੀ, ਕੋਈ ਥੋੜੇ ਬਹੁਤ ਉਹਨੂੰ ਦੇ ਕੇ ਤੇ ਬਾਕੀ ਬੱਚਿਆਂ ਦਾ ਹਿੱਸਾ ਉਹਨਾਂ ਦੇ ਉਹ ਘਰ ਦੇ ਕੇ ਆਉਂਦੇ ਸਨ। ਵਾਲਦਾ ਵੀ ਜਦੋਂ ਉਹਨਾਂ ਦੇ ਕੋਲ ਕੋਈ ਚੀਜ਼ ਰਲਣੀ ਹੈ ਨਾ, ਉਹਨਾਂ ਸਾਡੇ ਭਾਈ ਨੂੰ ਵੀ ਨਹੀਂ ਦੱਸਣਾ, ਜਾ ਕੇ ਬੱਚਿਆਂ ਨੂੰ ਇਹ ਹੱਕਦਾਰ ਨੇ ਉਹਨਾਂ ਨੂੰ ਹੱਕ ਦੇ ਕੇ ਆਉਣਾ, ਯਾਨੀ ਹਰ ਤਰਫ ਨਾਲ ਅਸੀਂ ਉਹਨਾਂ ਨੂੰ ਉੱਥੇ ਬੈਠਿਆਂ ਵੀ ਜਿਹੜਾ ਨਾ ਪਹੁੰਚਦੇ ਰਹੇ ਹਾਂ।